ਉਹ ਜੀ ਇੱਦਾਂ ਹੈ ਕਿ ਭਗਵੰਤ ਮਾਨ ਜੀ ਦਾ ਕੰਮ ਹੈ ਕਾਮੇਡੀ ਕਰਨਾ। ਉਹ ਤੇ ਮੈਨੂੰ ਲੱਗਦਾ ਕਾਮੇਡੀ ਕਰ ਰਹੇ ਸੀ, ਲੇਕਿਨ ਅਨਫੋਰਚੂਨੇਟਲੀ ਕਿਉਂਕਿ ਉਹ ਸਿਆਸਤ 'ਚ ਆ ਗਏ, ਲੋਕਾਂ ਨੇ ਉਹਨਾਂ ਨੂੰ ਵੀ ਸੀਰੀਅਸਲੀ ਲੈਣਾ ਸ਼ੁਰੂ ਕਰਤਾ। ਸੋ ਪਹਿਲੀ ਗੱਲ ਤੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਕਿ ਭਗਵੰਤ ਮਾਨ ਸੀਰੀਅਸਲੀ ਲੈਣ ਵਾਲੀ ਚੀਜ਼ ਨਹੀਂ ਹੈ। ਇਹ ਉਹਦਾ ਮੰਤਵ ਸੀਗਾ, ਲੇਕਿਨ ਉਹ ਭਗਵੰਤ ਮਾਨ ਜੀ ਹੁਣ ਉਹਨਾਂ ਨੂੰ ਸ਼ਾਇਦ ਚੁਟਕਲੇ ਹੀ ਸਮਝ ਆਉਂਦੇ, ਤੇ ਚੁਟਕਲਾ ਸੁਣਾਉਣਾ ਪਊਗਾ ਤਾਂ ਸਮਝ ਆਊ। ਜੋ ਇਸ ਸਮੇਂ ਹਾਲਾਤ ਨੇ ਸਭ ਨੂੰ ਪਤਾ ਹੀ, ਕਰੋਨਾ ਵਰਗੀ ਮਹਾਮਾਰੀ ਨੇ ਮੁੜ ਤੋਂ ਜਿਹੜੀ ਰਫ਼ਤਾਰ ਹੈ ਫੜ ਲਈ ਹੈ, ਜਿਸ ਨਾਲ ਬੇਰੁਜ਼ਗਾਰੀ ਦਾ ਵਧੀ ਹੈ, ਲੋਕਾਂ 'ਚ ਪਰੇਸ਼ਾਨੀ ਵੀ ਬਹੁਤ ਵਧੀ ਹੈ। ਤਾਂ ਇਸ ਖਾਸ ਮੌਕੇ ਦੀ ਗੱਲਬਾਤ ਕਰਨ ਲਈ ਮੇਰੇ ਨਾਲ ਬੀਜੇਪੀ ਦੇ ਪ੍ਰਵਕਤਾ ਧਰਿੰਦਰ ਟਿਆਲ ਜੀ ਮੌਜੂਦ ਨੇ, ਜੋ ਕਾਫੀ ਲੰਬੇ ਸਮੇਂ ਤੋਂ ਬੀਜੇਪੀ ਨਾਲ ਜੁੜੇ ਹੋਏ ਨੇ। ਉਹਨਾਂ ਨਾਲ ਖਾਸ ਗੱਲਬਾਤ ਕਰ ਰਹੇ, ਵਿਚਾਰ ਜਾਣਦੇ ਕਿ ਬੀਜੇਪੀ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ। ਚਾਹ ਭਾਵੇਂ ਬੀਜੇਪੀ ਨੇ ਬਹੁਤ ਸਾਰੇ ਚੰਗੇ ਕੰਮ ਕੀਤੇ ਨੇ, ਪਰ ਅੱਜ ਵੀ ਲੋਕਾਂ ਦੀ ਨਜ਼ਰਾਂ ਵਿੱਚ ਨੈਗੇਟਿਵਿਟੀ ਹੈਗੀ ਹੈ। ਉਹ ਲੋਕ ਜਿਹੜੇ ਹੈਗੇ ਨੇ ਬੀਜੇਪੀ ਪਾਰਟੀ ਬਾਰੇ ਬੁਰਾ ਹੀ ਸੋਚਦੇ ਨੇ ਕਿ ਬੀਜੇਪੀ ਨੇ ਕੁਝ ਨਹੀਂ ਕੀਤਾ, ਉਲਟਾ ਬੇਰੁਜ਼ਗਾਰੀ ਵੱਲ ਜਿਹੜਾ ਹੈਗਾ ਸਾਨੂੰ ਵਧਾਇਆ ਹੀ ਹੈ। ਇਸ ਖਾਸ ਮੌਕੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਦੇ ਵਿਚਾਰ ਜਾਣਦੇ ਹਾਂ। ਧਰਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਟੀਵੀ NRI ਤੇ। ਥੈਂਕ ਯੂ ਜੀ ਬਿੰਦੂ ਜੀ। ਮੇਰੇ ਖਿਆਲ ਪਹਿਲੀ ਗੱਲ ਤੇ ਥੈਂਕ ਯੂ ਸੋ ਮਚ ਕਿ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ। ਦੂਸਰਾ, ਸ਼ਾਇਦ ਇਹ ਗੱਲ ਬਿਲਕੁਲ ਠੀਕ ਨਹੀਂ ਹੈ, ਪੂਰੀ 100% ਠੀਕ ਨਹੀਂ ਹੈ ਕਿ ਬੀਜੇਪੀ ਬਾਰੇ ਕੋਈ ਨੈਗੇਟਿਵਿਟੀ ਹੈ, ਕਿਉਂਕਿ ਜੇ ਬੀਜੇਪੀ ਬਾਰੇ ਨੈਗੇਟਿਵਿਟੀ ਹੋਏ ਤਾਂ ਬੀਜੇਪੀ ਹਰ ਥਾਂ ਨਵੀਆਂ ਸਟੇਟਸ ਦੇ ਵਿੱਚ ਸਰਕਾਰ ਨਾ ਬਣਾਏ। ਅੱਜ ਦੀ ਤਰੀਕ ਦੇ ਵਿੱਚ ਜਦੋਂ ਪਿਛਲੀ ਵਾਰੀ ਵੈਸਟ ਬੰਗਾਲ ਦੀ ਸਰਕਾਰ ਸੀਗੀ, ਉਹਦੇ ਵਿੱਚ 3 ਸੀਟਾਂ ਸੀਗੀਆਂ ਬੀਜੇਪੀ ਦੀਆਂ, ਤੇ ਸਾਨੂੰ ਪੂਰਾ ਯਕੀਨ ਹੈ ਕਿ ਐਤਕੀ ਅਸੀਂ ਉੱਥੇ ਸਰਕਾਰ ਬਣਾਵਾਂਗੇ, ਕਿ ਲੋਕਾਂ ਦਾ ਅਥਾਹ ਪਿਆਰ ਮਿਲ ਰਿਹਾ ਇਸੇ ਕਰਕੇ ਬੀਜੇਪੀ ਅੱਗੇ ਵਧ ਰਹੀ ਹੈ। ਹਾਂ, ਤੁਹਾਡੀ ਗੱਲ ਠੀਕ ਹੈ ਕਿ ਨੈਚੁਰਲ ਹੈ ਜਦੋਂ ਕੋਈ ਸਾਡੀ ਪਾਰਟੀ ਗਰੋ ਕਰ ਰਹੀ ਹੈ, ਮੋਦੀ ਜੀ ਬਹੁਤ ਅੱਛਾ ਕੰਮ ਕਰ ਰਹੇ ਹੈ, ਤਾਂ ਲੋਕਾਂ ਦੀਆਂ ਸੀਟਾਂ ਘਟ ਰਹੀਆਂ, ਉਹਨਾਂ ਦਾ ਪੋਲੀਟੀਕਲ ਅਸਤਿਤਵ ਖਤਰੇ 'ਚ ਆ ਗਿਆ। ਕਾਂਗਰਸ ਪਾਰਟੀ ਇੱਕ ਫਾਰਮਰ ਪਾਰਟੀ ਬਣਦੀ ਜਾ ਰਹੀ ਹੈ, ਤਾਂ ਨੈਚੁਰਲ ਹੈ ਜਦੋਂ ਉਹਨਾਂ ਦੀ ਜਿਹੜੀ ਸਿਆਸਤ ਹੈ ਖਤਮ ਹੋ ਰਹੀ ਹੈ, ਤਾਂ ਉਹ ਹਰ ਤਰੀਕੇ ਦੇ ਹੱਥਕੰਡੇ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਦੇ ਵਿੱਚ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਕਿ ਹਰ ਤਰੀਕੇ ਦਾ ਝੂਠ ਫੈਲਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਝੂਠ ਚਾਹੇ ਉਹ ਫਾਰਮਰ ਐਜੀਟੇਸ਼ਨ ਦੇ ਬਾਰੇ, ਫਾਰਮਰ ਲਾਜ਼ ਦੇ ਬਾਰੇ ਤੇ ਬਿਲਸ ਦੇ ਬਾਰੇ ਹੋਏ, ਚਾਹੇ ਪਹਿਲਾਂ ਉਹ CAA ਦੇ ਬਾਰੇ ਹੋਏ, ਹਰ ਬਾਰੇ ਝੂਠ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੇਕਿਨ ਜਨਤਾ ਬਹੁਤ ਸੂਝਵਾਨ ਹੈ, ਜਨਤਾ ਸਮਝਦਾਰ ਹੈ। ਉਹ ਸ਼ਾਇਦ ਥੋੜੀ ਦੇਰ ਲਈ ਹੋ ਸਕਦਾ ਭ੍ਰਮਿਤ ਹੋ ਜੇ, ਲੇਕਿਨ ਹਮੇਸ਼ਾ ਲਈ ਤੁਸੀਂ ਸਾਰਿਆਂ ਨੂੰ ਭ੍ਰਮਿਤ ਨਹੀਂ ਕਰ ਸਕਦੇ। ਤੇ ਕੀ ਲੱਗਦਾ ਲੋਕਾਂ ਦੀ ਆਪਾਂ ਕਹਿ ਸਕਦੇ ਜਿੰਨੇ ਮੂੰਹ ਉਨੀਆਂ ਗੱਲਾਂ, ਆਪਾਂ ਉਹਨਾਂ ਦੀ ਜ਼ੁਬਾਨ ਨਹੀਂ ਫੜ ਸਕਦੇ, ਮੂੰਹ ਨਹੀਂ ਫੜ ਸਕਦੇ। ਉਹਨਾਂ ਦਾ ਕਹਿਣਾ ਕਿ ਜਿਹੜਾ ਇਹ ਏਜੰਡਾ ਹੈ ਕਰੋਨਾ ਵਰਗੀ ਮਹਾਮਾਰੀ, ਜਦ ਕਿ ਏਜੰਡਾ ਨਹੀਂ ਹੈ, ਮੌਤਾਂ ਇਦਾਂ ਨਹੀਂ ਹੋ ਰਹੀਆਂ, ਪਰ ਉਹਨੂੰ ਲੱਗਦਾ ਕਿ ਏਜੰਡਾ ਹੈ, ਕਿ ਇੱਕ ਰਾਜਨੀਤਿਕ ਫੰਡ ਹੈ ਜਿਸ ਨਾਲ ਜਿਹੜਾ ਕਿਸਾਨੀ ਅੰਦੋਲਨ ਹੈ, ਕਿਸਾਨੀ ਸੰਘਰਸ਼ ਹੈ, ਉਹਨੂੰ ਕਿਤੇ ਨਾ ਕਿਤੇ ਫੇਲ ਕਰਨ ਦੀ ਸਾਜ਼ਿਸ਼ ਹੈ, ષਡਯੰਤਰ ਉਹ ਰਚਿਆ ਜਾ ਰਿਹਾ ਹੈ। ਮੇਰਾ ਖਿਆਲ ਹੈ ਕਿ ਇਹ ਬਹੁਤ ਹੀ ਜਿਹਨੂੰ ਕਹਿੰਦੇ ਛੋਟੀ ਸੋਚ ਹੈ, ਬਹੁਤ ਹੀ ਛੋਟੀ ਰਾਜਨੀਤਿਕ ਸੋਚ ਹੈ। ਉਹਨੂੰ ਐਸਾ ਸੋਚਣਾ ਇੱਕ ਵੈਸ਼ਵਿਕ ਮਹਾਮਾਰੀ ਹੈ, ਉਸ ਵੈਸ਼ਵਿਕ ਮਹਾਮਾਰੀ ਨੂੰ ਤੁਸੀਂ ਕਹੋ ਕਿ ਸ਼ਾਇਦ ਉਹ ਤੁਹਾਡੀ ਗੱਲ ਠੀਕ ਹੈ ਕਿ ਕਿਸੇ ਦਾ ਮੂੰਹ ਨਹੀਂ ਫੜਿਆ ਜਾਂਦਾ। ਉਹ ਕੋਈ ਇਹ ਵੀ ਕਹਿ ਸਕਦਾ ਕਿ ਪਤਾ ਨਹੀਂ ਕਿਤੇ ਬੀਜੇਪੀ ਨੇ ਚਾਈਨਾ ਨੂੰ ਪੈਸੇ ਦੇ ਕੇ ਨਾ ਕਰੋਨਾ ਬਣਵਾਇਆ ਹੋਵੇ, ਕਹਿਣ ਨੂੰ ਕੀ ਹੈ, ਜੋ ਮਰਜ਼ੀ ਕਹਿ ਲਓ। ਅੱਜ ਅਸੀਂ ਦੇਖ ਰਹੇ ਹਾਂ, ਆਪਾਂ ਸਾਰੇ ਉਰੇ ਹਾਂ, ਆਪਾਂ ਆਪਣੇ ਆਲੇ ਦੁਆਲੇ ਦੇਖ ਰਹੇ ਹਾਂ, ਜਿੱਥੇ ਕਰੋਨਾ ਦਾ ਇੰਪੈਕਟ ਬਹੁਤ ਘਟ ਗਿਆ ਸੀ, ਹੁਣ ਸੈਕੰਡ ਵੇਵ ਆਈ ਹੈ, ਤੇ ਸਾਨੂੰ ਹਰ ਥਾਂ ਤੇ ਸਾਨੂੰ ਪਤਾ ਹੈ ਕਿ ਸਾਡਾ ਫਲਾਣਾ ਦੋਸਤ, ਸਾਡਾ ਫਲਾਣਾ ਰਿਸ਼ਤੇਦਾਰ ਉਹ ਕਿਤੇ ਨਾ ਕਿਤੇ ਜਾਂ ਤਾਂ ਹਸਪੀਟਲ 'ਚ ਭਰਤੀ ਹੈ ਜਾਂ ਉਹਦੀ ਪੋਜ਼ਿਟਿਵ ਰਿਪੋਰਟ ਆਈ ਹੈ। ਉਹ ਤੇ ਝੂਠ ਨਹੀਂ ਬੋਲ ਰਿਹਾ। ਇਹਦੇ ਵਿੱਚ ਆਪਾਂ ਇੱਕ ਚੀਜ਼ ਹੋਰ ਐਡ ਕਰਦੇ ਹਾਂ, ਜੇਕਰ ਲੋਕਾਂ ਦਾ ਇਹ ਮੰਨਣਾ ਕਿ ਇੱਕ ਪੋਲੀਟੀਕਲ ਏਜੰਡਾ ਹੈ, ਤਾਂ ਪੂਰੀ ਜਿਹੜਾ ਤੁਸੀਂ ਦੱਸਿਆ ਕਿ ਅਰੁਣ ਸੂਦ ਜੀ ਨੂੰ ਕਰੋਨਾ ਹੋ ਗਿਆ, ਪੂਰਾ ਬੀਜੇਪੀ ਆਫਿਸ ਬੰਦ ਹੋ ਗਿਆ, ਤਾਂ ਜੇ ਏਜੰਡਾ ਹੁੰਦਾ ਤਾਂ ਸਿਰਫ ਪੋਲੀਟੀਕਲ ਲੀਡਰਸ ਨੂੰ ਨਹੀਂ, ਸਾਰੀ ਦੁਨੀਆ ਨੂੰ ਹੋ ਰਿਹਾ, ਭਾਵੇਂ ਆਮ ਲੋਕ ਨੇ, ਭਾਵੇਂ ਕੋਈ ਸੈਲੀਬ੍ਰਿਟੀ ਹੈ, ਭਾਵੇਂ ਜਿਹੜੇ ਪੋਲੀਟੀਕਲ ਲੀਡਰਸ ਨੇ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਅਸੀਂ ਰੋਜ਼ ਹੀ ਪੜ੍ਹ ਰਹੇ ਹਾਂ ਕਿ ਚਲੋ ਆਮ ਆਦਮੀ ਦੀ ਖਬਰ ਨਹੀਂ ਛਪਦੀ, ਲੇਕਿਨ ਜਿੰਨੇ ਸੈਲੀਬ੍ਰਿਟੀਜ਼ ਹੈ ਉਹਨਾਂ ਦੀ ਖਬਰ ਛਪ ਰਹੀ ਹੈ ਕਿ ਉਹਨਾਂ ਨੂੰ ਕਰੋਨਾ ਹੋ ਗਿਆ, ਤੇ ਉਹਨਾਂ ਨੇ ਕਿਸੇ ਤੋਂ ਪੈਸੇ ਲੈ ਕੇ ਥੋੜੀ ਜਿਹੀ ਡਿਕਲੇਅਰ ਕੀਤਾ ਕਿ ਮੈਨੂੰ ਕਰੋਨਾ ਹੋ ਗਿਆ। ਸੋ ਕਰੋਨਾ ਦੁਬਾਰਾ ਫੈਲ ਰਿਹਾ ਹੈ, ਤੇ 2 ਕਾਰਨ, ਇੱਕ ਤੇ ਇਹ ਕਿ ਜਿਹਨੂੰ ਇਹ ਲੱਗ ਰਿਹਾ ਹੈ ਕਿ ਕਿਸਾਨੀ ਅੰਦੋਲਨ ਦੇ ਵਿੱਚ ਅੱਜ ਜਿਹੜਾ ਛੋਟਾ ਕਿਸਾਨ ਹੈ ਉਹ ਇਹ ਸਮਝ ਗਿਆ ਕਿ ਵੱਡਾ ਕਿਸਾਨ ਮੇਰਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਿਹਾ, ਤੇ ਉਹ ਅੰਦੋਲਨ 'ਚੋਂ ਪਿੱਛੇ ਹਟ ਰਿਹਾ। ਸੋ ਅੰਦੋਲਨ ਦੀ ਜਿਹੜੀ ਪਾਵਰ ਹੈ ਉਹ ਘਟ ਰਹੀ ਹੈ, ਤਾਂ ਇਸ ਕਰਕੇ ਇੱਕ ਨਵਾਂ ਰੂਪ ਉਹਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਸਰਾ, ਸ਼ਾਇਦ ਰਾਜਨੀਤੀ ਦੇ ਵਿੱਚ ਬਹੁਤ ਕੁਝ ਜਾਇਜ਼ ਹੈ, ਲੇਕਿਨ ਇੱਕ ਐਸੀ ਚੀਜ਼ ਜਿਹਦੇ 'ਚ ਲੋਕਾਂ ਦੀਆਂ ਕਿੰਨੀਆਂ ਜਾਨਾਂ ਅਸੀਂ ਗਵਾਈਆਂ, ਆਪਣੇ ਰਿਸ਼ਤੇਦਾਰਾਂ ਦੀਆਂ, ਆਪਣੇ ਭਰਾਵਾਂ ਦੀਆਂ, ਆਪਣੇ ਦੋਸਤਾਂ ਦੀਆਂ,
ਉਹਦੇ ਵਿੱਚ ਕਿਤੇ ਵੀ ਉਹਨੂੰ ਪੋਲੀਟੀਕਲਾਈਜ਼ ਕਰਨਾ ਸ਼ਾਇਦ ਬਿਲਕੁਲ ਠੀਕ ਨਹੀਂ ਹੈ, ਸ਼ਾਇਦ ਕਿ ਬਿਲਕੁਲ ਠੀਕ ਨਹੀਂ ਹੈ। ਕੁਝ ਚੀਜ਼ਾਂ ਰਾਜਨੀਤੀ ਤੋਂ ਪਰੇ ਰੱਖਣੀਆਂ ਚਾਹੀਦੀਆਂ, ਜਿੱਥੇ ਸਾਡੇ ਲੋਕਾਂ ਦੀ ਜਾਨਾਂ ਜਾ ਰਹੀਆਂ ਹੋਣ ਉਹਨੂੰ ਪੋਲੀਟੀਕਲਾਈਜ਼ ਨਹੀਂ ਕਰਨਾ ਚਾਹੀਦਾ। ਤੇ ਜਿਹੜੇ ਆਪ ਪਾਰਟੀ ਦੇ ਐਮਐਲਏ ਨੇ ਭਗਵੰਤ ਮਾਨ ਜੀ, ਜਿੱਦਾਂ ਉਹਨਾਂ ਨੇ ਕਿਹਾ ਕਿ ਇਹ ਥਾਲੀ ਵਜਾਉਣ ਜਿਹੜੀ ਸ਼ੁਰੂਆਤੀ ਮੋਦੀ ਜੀ ਨੇ ਕੀਤੀ ਸੀ, ਜਦਕਿ ਜਿੱਥੇ ਲੋਕਡਾਊਨ 'ਚ ਮੋਦੀ ਜੀ ਨੇ ਥਾਲੀ ਵਜਵਾਈ, ਤਾਲੀ ਵਜਵਾਈ, ਦੀਵੇ ਜਗਵਾਏ, ਘੰਟੀ ਵਜਵਾਈ, ਉਹ ਲੋਕਾਂ ਨੇ ਕਿਤੇ ਨਾ ਕਿਤੇ ਪੋਜ਼ਿਟਿਵ ਵਾਈਬਸ ਆਉਣ ਤਾਂ ਕਰਵਾਇਆ। ਤੇ ਇਹਨਾਂ ਨੂੰ ਕੀ ਲੱਗਦਾ ਕਿ ਇਹ ਸਭ ਜਿਹੜੀ ਸ਼ੁਰੂਆਤ ਹੈ ਇਹ ਮੋਦੀ ਜੀ ਨੇ ਇੱਕ ਕਿਸਮ ਦਾ ਨਾਟਕ ਦਾ ਨਾਮ, ਇਹਨੂੰ ਨੌਟੰਕੀ ਦਾ ਜਿਹੜਾ ਨਾਮ ਹੈ ਉਹ ਕਿਉਂ ਦਿੱਤਾ ਜਾ ਰਿਹਾ, ਕੀ ਕਾਰਨ ਹੈਗਾ? ਉਹ ਜੀ ਇੱਦਾਂ ਹੈ ਕਿ ਭਗਵੰਤ ਮਾਨ ਜੀ ਦਾ ਕੰਮ ਹੈ ਕਾਮੇਡੀ ਕਰਨਾ, ਉਹ ਤੇ ਮੈਨੂੰ ਲੱਗਦਾ ਕਾਮੇਡੀ ਕਰ ਰਹੇ ਸੀ, ਲੇਕਿਨ ਅਨਫੋਰਚੂਨੇਟਲੀ ਕਿਉਂਕਿ ਉਹ ਸਿਆਸਤ 'ਚ ਆ ਗਏ, ਲੋਕਾਂ ਨੇ ਉਹਨਾਂ ਨੂੰ ਵੀ ਸੀਰੀਅਸਲੀ ਲੈਣਾ ਸ਼ੁਰੂ ਕਰਤਾ। ਸੋ ਪਹਿਲੀ ਗੱਲ ਤੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਕਿ ਭਗਵੰਤ ਮਾਨ ਸੀਰੀਅਸਲੀ ਲੈਣ ਵਾਲੀ ਚੀਜ਼ ਨਹੀਂ ਹੈ, ਠੀਕ ਹੈ। ਦੂਸਰੀ ਗੱਲ ਇਹ ਕਿ ਜੇ ਇਹ ਕਿਹਾ ਜਾਵੇ ਕਿ ਮੋਦੀ ਜੀ ਨੇ ਥਾਲੀ ਵਜਵਾਈ ਤੇ ਭਗਵੰਤ ਮਾਨ ਜੀ ਨੇ ਕਿਹਾ ਜੀ ਥਾਲੀ ਨਾਲ, ਉਹਦੀ ਆਵਾਜ਼ ਨਾਲ ਕਰੋਨਾ ਨੱਠ ਜਾਂਦਾ, ਨਹੀਂ ਕਰੋਨਾ ਨਹੀਂ ਨੱਠਦਾ ਉਹਦੇ ਨਾਲ, ਇਹ ਸਭ ਨੂੰ ਪਤਾ ਹੈ, ਛੋਟੇ ਬੱਚੇ ਨੂੰ ਵੀ ਪਤਾ ਹੈ। ਲੇਕਿਨ ਉਸ ਵੇਲੇ ਜਿਹੜੇ ਲੋਕ ਸਾਡੇ ਫਰੰਟ ਲਾਈਨ ਵਰਕਰ ਸੀਗੇ, ਚਾਹੇ ਉਹ ਪੁਲਿਸ ਸੀ, ਡਾਕਟਰ ਸੀਗੇ, ਨਰਸਿਸ ਸੀਗੀਆਂ, ਉਹ ਲੋਕ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਅੱਗੇ ਵੱਧ ਕੇ ਤੇ ਇਸ ਜੰਗ ਨੂੰ ਲੜ ਰਹੇ ਸੀ, ਸਾਡੀ ਜਾਨਾਂ ਬਚੀਆਂ ਰਹਿਣ ਇਸ ਕਰਕੇ। ਉਹਨਾਂ ਦਾ ਪ੍ਰੋਤਸਾਹਨ ਸੀਗਾ ਕਿ ਦੇਸ਼ ਤੁਹਾਡੇ ਨਾਲ ਖੜਾ ਹੈ ਤੇ ਦੇਸ਼ ਤੁਹਾਨੂੰ ਰੈਕੋਗਨਾਈਜ਼ ਕਰ ਰਿਹਾ ਕਿ ਤੁਸੀਂ ਲੋਕ ਆਪਣੀ ਪਰਵਾਹ ਕੀਤੇ ਬਿਨਾਂ ਕਿੱਡਾ ਵੱਡਾ ਕੰਮ ਕਰ ਰਹੇ ਹੋ। ਕੀ ਅਸੀਂ ਉਹਨਾਂ ਲਈ ਇੰਨਾ ਵੀ ਨਹੀਂ ਸੀ ਕਰ ਸਕਦੇ ਕਿ ਉਹਨਾਂ ਦੀ ਮੋਟੀਵੇਸ਼ਨ ਅਪ ਰਹੇ? ਕਿ ਅਸੀਂ ਆਪਣੀ ਆਰਗੇਨਾਈਜੇਸ਼ਨਸ ਦੇ ਵਿੱਚ ਜਿੱਥੇ ਅਸੀਂ ਕੰਮ ਕਰਦੇ ਹਾਂ ਲੋਕਾਂ ਨੂੰ ਮੋਟੀਵੇਟ ਨਹੀਂ ਕਰਦੇ? ਅਸੀਂ ਕਰਦੇ ਹਾਂ ਤਾਂ ਕਿ ਹਰ ਬੰਦਾ ਡਟ ਕੇ ਕੰਮ ਕਰੇ, ਤੇ ਜਿਹੜੇ ਲੋਕ ਜਾਨ ਦੀ ਪਰਵਾਹ ਕੀਤੇ ਬਿਨਾਂ ਲੱਗੇ ਹੋਣ ਉਹਨਾਂ ਨੂੰ ਅਸੀਂ ਸਪੋਰਟ ਵੀ ਨਾ ਕਰੀਏ, ਰੈਕੋਗਨਾਈਜ਼ ਵੀ ਨਾ ਕਰੀਏ। ਇਹ ਉਹਦਾ ਮੰਤਵ ਸੀਗਾ। ਲੇਕਿਨ ਉਹ ਭਗਵੰਤ ਮਾਨ ਜੀ ਹੁਣ ਉਹਨਾਂ ਨੂੰ ਸ਼ਾਇਦ ਚੁਟਕਲੇ ਹੀ ਸਮਝ ਆਉਂਦੇ, ਤੇ ਚੁਟਕਲਾ ਸੁਣਾਉਣਾ ਹੋਊਗਾ ਤਾਂ ਸਮਝ ਆਊ। ਤੇ ਨਰਿੰਦਰ ਮੋਦੀ ਜੀ ਦੇ ਹਾਲੇ ਵੀ ਲੋਕਾਂ ਦੇ ਪ੍ਰਤੀ ਜਿਹੜਾ ਲੋਕਾਂ ਦਾ ਉਹਨਾਂ ਪ੍ਰਤੀ ਗੁੱਸਾ ਹੈ ਉਹ ਹਾਲੇ ਵੀ ਜਿਹੜਾ ਹੈਗਾ ਨਾ ਲਗਾਤਾਰ ਜ਼ਾਹਿਰ ਕਰਦੇ, ਚਾਹੇ ਭਾਵੇਂ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਹੋਵੇ ਜਾਂ ਕੋਈ ਵੀ ਉਹਨਾਂ ਦਾ ਜ਼ਰੀਆ ਹੋਵੇ। ਸੋਸ਼ਲ ਮੀਡੀਆ ਅਜਿਹਾ ਜ਼ਰੀਆ ਜਿੱਥੇ ਜਿਹੜੀ ਗੱਲ ਹੈ ਉਹ ਅੱਗ ਦੀ ਤਰ੍ਹਾਂ ਫੈਲਦੀ ਹੈ। ਜਦੋਂ ਵੀ ਕੋਈ ਲਾਈਵ ਹੁੰਦਾ ਹੈ, ਜਦੋਂ ਵੀ ਕੋਈ ਪੋਸਟ ਪਾਉਂਦੇ ਨੇ ਤਾਂ ਉੱਥੇ ਜਿਹੜੇ ਕਮੈਂਟਸ ਨੇ ਉਹ ਨੈਗੇਟਿਵ ਹੀ ਮੋਸਟਲੀ ਨੈਗੇਟਿਵ ਹੀ ਹੁੰਦੇ ਨੇ। ਮੋਦੀ ਜੀ ਬਾਰੇ ਕੀ ਕਹਿਣਾ ਚਾਹੋਗੇ? ਨਹੀਂ, ਮੈਂ ਤੁਹਾਨੂੰ ਸ਼ੁਰੂ 'ਚ ਹੀ ਕਿਹਾ ਕਿ ਐਸਾ ਬਿਲਕੁਲ ਨਹੀਂ ਹੈ। ਕੁਝ ਲੋਕ ਦੇਖੋ, ਸਾਰੇ ਲੋਕ ਇੱਕੋ ਤਰੀਕੇ ਦੇ ਨਹੀਂ ਹੈ। ਕੁਝ ਦੂਜੀਆਂ ਪਾਰਟੀਆਂ ਦੇ ਨਾਲ ਜੁੜੇ ਹੋਏ ਲੋਕ ਹੈ ਜਾਂ ਉਹਨਾਂ ਦਾ ਸੋਸ਼ਲ ਮੀਡੀਆ, ਇੱਕ ਉਹਨਾਂ ਦੀ ਸੋਸ਼ਲ ਮੀਡੀਆ ਆਰਮੀ ਹੈ ਜਿਹੜੀ ਆ ਕੰਮ ਕਰ ਰਹੀ ਹੈ। ਲੇਕਿਨ ਆਮ ਆਦਮੀ, ਜਦੋਂ ਅਸੀਂ ਇਸ ਗੱਲ ਤੇ ਆਨੇ ਆ ਜਿਹਨੂੰ ਉਹ ਕਹਿੰਦੇ ਆ ਨਾ ਦੀ ਟੇਸਟ ਆਫ ਦੀ ਪੁਡਿੰਗ ਇਜ਼ ਇਨ ਈਟਿੰਗ, ਜਦੋਂ ਐਕਚੁਅਲੀ ਚੁਣਾਵ ਆਉਂਦਾ ਤੇ ਉਹ ਨੈਗੇਟਿਵਿਟੀ ਕਿੱਥੇ ਚਲੀ ਜਾਂਦੀ ਆ? ਉਸ ਵੇਲੇ ਜਦੋਂ ਮੋਦੀ ਜੀ ਆਉਂਦੇ ਤੇ ਬੰਦਿਆਂ ਦਾ ਸਲਾਬ ਆ ਜਾਂਦਾ। ਜਦੋਂ ਵੋਟਾਂ ਪੈਂਦੀਆਂ ਤੇ ਗਿਣਤੀ ਨਹੀਂ ਹੁੰਦੀ ਕਿ ਮੋਦੀ ਜੀ ਦੇ ਨਾਮ ਤੇ ਕਿੰਨੀਆਂ ਵੋਟਾਂ ਪੈ ਗਈਆਂ। ਮਮਤਾ ਬੈਨਰਜੀ ਨੂੰ ਇਸ ਵੇਲੇ ਸਮਝ ਨਹੀਂ ਆ ਰਿਹਾ ਕਿ ਮੈਂ ਜਾ ਕੇ ਲੁਕਾ ਕਿੱਥੇ। ਉਹਨੇ ਮਮਤਾ ਬੈਨਰਜੀ ਨੇ ਲੋਕਾਂ ਨੂੰ, ਕਾਂਗਰਸ ਨੂੰ ਕਿਹਾ ਕਿ ਜੀ ਆਓ ਅਸੀਂ ਮਿਲ ਕੇ ਹਰਾਈਏ। ਉਹ ਕਾਂਗਰਸ ਕੱਲ ਤੱਕ ਦੁਸ਼ਮਣ ਸੀ, ਅੱਜ ਉਹਦੇ ਕੋਲ ਚਲੀ ਗਈ। ਕਿਉਂ ਚਲੀ ਗਈ? ਇਸ ਕਰਕੇ ਗਈ ਕਿਉਂਕਿ ਉਹਨੂੰ ਪਤਾ ਹੈ ਕਿ ਮੇਰੀ ਸੱਤਾ ਗਈ। ਸੋ ਲੋਕਾਂ ਦਾ ਪੂਰਾ ਪਿਆਰ ਹੈ, ਲੋਕ ਰੈਕੋਗਨਾਈਜ਼ ਕਰ ਰਹੇ ਹੈ। ਕਰੋਨਾ ਕਾਲ ਦੇ ਵਿੱਚ ਜਿੰਨਾ ਕੰਮ ਭਾਜਪਾ ਦੀ ਸਰਕਾਰ ਨੇ, ਮੋਦੀ ਜੀ ਦੀ ਸਰਕਾਰ ਨੇ ਕੀਤਾ, ਉਹ ਕਿਸੇ ਵੀ ਦੇਸ਼ ਦੇ ਵਿੱਚ ਐਸਾ ਕੰਮ ਨਹੀਂ ਹੋਇਆ। ਆਮ ਬੰਦਾ, ਗਰੀਬ ਆਦਮੀ, ਹਰ ਕਿਸੇ ਦੇ ਘਰ ਦੇ ਵਿੱਚ ਅਨਾਜ ਪਹੁੰਚਿਆ, ਪੈਸੇ ਬੈਂਕ ਅਕਾਊਂਟ 'ਚ ਪਹੁੰਚੇ ਆ। ਰਾਜੀਵ ਗਾਂਧੀ ਜੀ ਨੇ ਕਿਸੇ ਵੇਲੇ ਕਿਹਾ ਸੀ ਕਿ ਜੀ ਮੇਰੀ ਮਜਬੂਰੀ ਹੈ, ਮੈਂ ਉੱਪਰੋਂ 1 ਰੁਪਇਆ ਭੇਜਦਾ ਤੇ ਤੁਹਾਡੇ ਕੋਲ 17 ਪੈਸੇ ਪਹੁੰਚਦੇ ਆ। ਉਹ 83 ਪੈਸੇ ਰੱਬ ਜਾਣਦਾ ਕਿੱਥੇ ਜਾਂਦੇ ਸੀ, ਕਾਂਗਰਸ ਦੇ ਕੋਲ ਜਾਂਦੇ ਸੀ, ਕਿੱਥੇ ਜਾਂਦੇ ਸੀ। ਲੇਕਿਨ ਮੋਦੀ ਜੀ ਦੀ ਜਿਹੜੀ ਸਰਕਾਰ ਹੈ, ਇਸੇ ਕਰਕੇ ਕੋਈ ਕਰਪਸ਼ਨ ਐਲੀਗੇਸ਼ਨ ਨਹੀਂ ਲਾ ਪਾ ਰਿਹਾ ਕਿ 1 ਰੁਪਇਆ ਚੱਲਦਾ ਤੇ ਡੀਬੀਟੀ ਦੇ ਨਾਲ 1 ਰੁਪਇਆ ਪਹੁੰਚਦਾ ਬੰਦੇ ਦੇ ਕੋਲ। ਲੋਕਾਂ ਕੋਲ ਪਹੁੰਚਿਆ, ਕਈ ਮਹੀਨੇ ਪਹੁੰਚਿਆ ਉਹਨਾਂ ਕੋਲ ਪੈਸਾ, ਤੇ ਉਹ ਲੋਕ ਰੈਕੋਗਨਾਈਜ਼ ਨਹੀਂ ਕਰਨਗੇ ਕਿ ਮੋਦੀ ਜੀ ਚੰਗਾ ਕੰਮ ਕਰ ਰਹੇ। ਲੋਕ ਰੈਕੋਗਨਾਈਜ਼ ਕਰਨ ਦਾ ਮਤਲਬ ਇਹ ਹੈ ਕਿ ਚੰਗੇ ਕੰਮ ਨਹੀਂ ਯਾਦ ਕੀਤੇ ਜਾਂਦੇ, ਜਿਹੜੇ ਉਹਨਾਂ ਦੇ ਕੰਮ ਕੀਤੇ ਨਹੀਂ ਉਹਨੂੰ ਵੀ, ਜਿਹੜੇ ਚੰਗੇ ਕੰਮਾਂ ਨੂੰ ਵੀ ਬੁਰੇ ਕੰਮਾਂ ਵਿੱਚ ਗਿਣਿਆ ਜਾ ਰਿਹਾ ਕਿਤੇ ਨਾ ਕਿਤੇ। ਸਿਰਫ ਪੋਲੀਟੀਕਲ ਪਾਰਟੀਆਂ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਪਲੱਸ ਇਹਦੇ ਵਿੱਚ ਇੱਕ ਹੋਰ ਚੀਜ਼ ਹੈ, ਜਿੱਦਾਂ ਉਹਨਾਂ ਨੇ ਕਰੋਨਾ ਵੈਕਸੀਨੇਸ਼ਨ ਲਿੱਤੀ ਹੈ ਮੋਦੀ ਜੀ ਨੇ, ਸੈਕਿੰਡ ਉਹਨਾਂ ਦੀ ਡੋਜ਼ ਉਹਨਾਂ ਨੇ ਲੈ ਚੁੱਕੇ ਨੇ। ਕੀ ਕਿਤੇ ਨਾ ਕਿਤੇ ਲੱਗਦਾ ਹੈ ਜਿੱਥੇ ਇੰਨੇ ਕਿਸਾਨ ਵੀਰ ਉੱਥੇ ਰੁਲ ਰਹੇ ਨੇ, ਉਹਨਾਂ ਨੇ ਵੀ ਕਿਤੇ ਨਾ ਕਿਤੇ ਕੋਈ ਇੰਤਜ਼ਾਮ ਕਰਨਾ ਚਾਹੀਦਾ ਸੀ ਵੈਕਸੀਨੇਸ਼ਨ ਦਾ। ਉਹਨਾਂ ਦੀ ਮੌਤ ਇੰਜ ਹੋ ਗਈ ਕਰੋਨਾ ਵਾਇਰਸ, ਉਹ ਲੜ ਰਹੇ ਨੇ ਆਪਣੇ ਹੱਕਾਂ ਵਾਸਤੇ, ਉੱਥੇ ਉਹਨਾਂ ਨੇ ਸਬਜ਼ੀਆਂ ਉਗਾ ਲਈਆਂ, ਉੱਥੇ ਪੱਕੇ ਡੇਰੇ ਲਾ ਲਏ। ਇਹਦੇ ਬਾਰੇ ਕੀ ਵਿਚਾਰ ਨੇ ਤੁਹਾਡੇ? ਨਹੀਂ ਦੇਖੋ, ਸਰਕਾਰ ਨੇ, ਅਸੀਂ ਪੂਰਾ 1 ਹਫ਼ਤਾ ਹੁਣ ਮਨਾ ਰਹੇ ਹਾਂ ਕਿ ਸਾਰੇ ਲੋਕਾਂ ਨੂੰ ਜਿਹੜੀ ਵੈਕਸੀਨੇਸ਼ਨ ਹੈ ਲੱਗਣੀ ਚਾਹੀਦੀ ਹੈ, ਸਭ ਦੀ ਇਮਿਊਨਾਈਜੇਸ਼ਨ ਹੋਣੀ ਚਾਹੀਦੀ ਹੈ। ਉਹਦੇ ਵਿੱਚ ਕਿਤੇ ਇਹ ਨਹੀਂ ਲਿਖਿਆ ਕਿ ਇਨੀਸ਼ੀਅਲ ਜਿਹੜਾ ਪੀਰੀਅਡ ਸੀਗਾ, ਪਹਿਲੇ ਪੀਰੀਅਡ ਦੇ ਵਿੱਚ ਇਹ ਸੀ ਜਿਹੜੇ ਫਰੰਟ ਲਾਈਨ ਵਰਕਰਸ ਹੈ, ਜਿਹੜੇ ਡਾਕਟਰਸ ਹੈ, ਨਰਸਿਸ ਹੈ, ਫਾਰਮਾਸਿਸਟ ਹੈ ਜਾਂ ਫਰੰਟ ਲਾਈਨ ਵਰਕਰਸ ਹੈ, ਪਹਿਲਾਂ ਉਹਨਾਂ ਨੂੰ ਦੇ ਦਿਓ ਤਾਂ ਕਿ ਉਹਨਾਂ ਦੀ ਜਾਨ ਖਤਰੇ 'ਚ ਨਾ।
ਉਸ ਤੋਂ ਬਾਅਦ ਦੇ ਵਿੱਚ ਹੁਣ ਹਰ ਬੰਦਾ ਜਿਹੜਾ 45 ਤੋਂ ਉੱਪਰ ਹੈ ਉਹਨੂੰ ਅਸੀਂ ਰੈਕੋਗਨਾਈਜ਼ ਕੀਤਾ ਕਿ ਉਹਨੂੰ ਵੈਕਸੀਨ ਲੱਗਣੀ ਚਾਹੀਦੀ ਹੈ। ਤੇ ਭਾਜਪਾ ਸਾਰੇ ਦੇਸ਼ ਦੇ ਵਿੱਚ ਅਭਿਆਨ ਚਲਾ ਰਹੀ ਹੈ ਕਿ ਸਭ ਦੀ ਵੈਕਸੀਨੇਸ਼ਨ ਹੋਏ, ਤੇ ਉਹਦੇ ਵਿੱਚ ਕਿਤੇ ਇਹ ਨਹੀਂ ਕਿਹਾ ਜਾ ਰਿਹਾ ਕਿ ਜਿਹੜਾ ਕਿਸਾਨ ਅੰਦੋਲਨ ਦੇ 'ਚ ਹੈ ਉਹਨੂੰ ਨਹੀਂ ਲੱਗਣਾ ਚਾਹੀਦਾ ਜਾਂ ਉਹਨੂੰ ਲੱਗਣਾ ਚਾਹੀਦਾ। ਹਰ ਕਿਸੇ ਨੂੰ ਲੱਗਣਾ ਚਾਹੀਦਾ ਤੇ ਹਰ ਦੇਸ਼ ਦਾ ਨਾਗਰਿਕ ਜਿਹੜਾ ਉਹਨੂੰ ਲੱਗਣਾ ਚਾਹੀਦਾ, ਤੇ ਸਰਕਾਰ ਉਹਦਾ ਪੂਰਾ ਪ੍ਰਬੰਧ ਕਰ ਰਹੀ ਕਿ ਹਰ ਕੋਈ ਲਗਵਾਏ। ਲੇਕਿਨ ਨੈਚੁਰਲੀ ਇੱਕ ਡੈਮੋਕ੍ਰੇਸੀ ਹੈ, ਕਿਸੇ ਨੂੰ ਜ਼ੋਰ ਜ਼ਬਰਦਸਤੀ ਦੇ ਨਾਲ ਤੇ ਨਹੀਂ ਲਗਾਇਆ ਜਾ ਸਕਦਾ। ਲੇਕਿਨ ਕਿਤੇ ਕੋਈ ਐਸੀ ਕੋਈ ਵਿਤਕਰਾ ਹੋ ਰਿਹਾ ਜਾਂ ਕਿਸੇ ਨੂੰ ਨਹੀਂ ਲਗਾਉਣਾ, ਐਸਾ ਕੁਝ ਵੀ ਨਹੀਂ ਹੈ। ਤਾਂ ਉਹਦਾ ਪੂਰਾ ਜ਼ੋਰ ਲਗਾਇਆ ਜਾ ਰਿਹਾ ਕਿ ਹਰ ਕੋਈ ਬੰਦਾ ਵੈਕਸੀਨੇਟ ਹੋਏ। ਜਿੰਨੀ ਜਲਦੀ ਸਾਡੇ ਦੇਸ਼ ਨੂੰ ਇਸ ਮਹਾਮਾਰੀ ਤੋਂ ਛੁਟਕਾਰਾ ਮਿਲੇ ਉਨਾ ਹੀ ਚੰਗਾ। ਜਦੋਂ ਕਿ ਬੀਜੇਪੀ ਹੁਣ ਜਿੰਨੇ ਵੀ ਚੰਗੇ ਕੰਮ ਕਰ ਲਏ, ਲੋਕਾਂ ਦੀ ਨਜ਼ਰ ਜਿਹੜੀ ਉਹਨਾਂ ਦੀ ਇਮੇਜ ਆ ਉਹ ਮੁੜ ਤੋਂ ਖੜੀ ਹੋ ਪਾਏਗੀ ਜਾਂ ਹੁਣ ਹੋਰ ਉਹਦੀ ਜਿਹੜੀ ਸਥਿਤੀ ਆ ਹੋਰ ਬਦ ਤੋਂ ਬਦਤਰ ਹੁੰਦੀ ਜਾਏਗੀ? ਪਹਿਲੀ ਗੱਲ ਤੇ ਬਦ ਹੈ ਹੀ ਨਹੀਂ, ਇਸ ਕਰਕੇ ਬਦਤਰ ਹੋਣ ਦਾ ਸਵਾਲ ਹੀ ਨਹੀਂ। ਮੈਂ ਪਹਿਲਾਂ ਵੀ ਇਹੀ ਗੱਲ ਕਹੀ ਹੈ ਕਿ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਕੁਝ ਨੈਗੇਟਿਵ ਕਮੈਂਟਸ ਪਾਉਣ ਦੀ ਕੋਸ਼ਿਸ਼ ਕਰ ਰਹੇ ਹੈ, ਉਹ ਆਪੋਜੀਸ਼ਨ ਪਾਰਟੀ ਦੀ ਟ੍ਰੋਲ ਆਰਮੀ ਹੈ। ਉਹ ਆਪਣਾ ਕੰਮ ਕਰੀ ਜਾਣ ਦਿਓ, ਉਸ ਨੂੰ ਉਹ ਜੋ ਮਰਜ਼ੀ ਹੋ ਜੇ, ਉਹ ਉਹਨਾਂ ਦੀ ਡਿਊਟੀ ਹੈ ਆਪਣੀ ਪਾਰਟੀ ਦੇ ਪ੍ਰਤੀ ਉਹਨਾਂ ਨੇ ਕੰਮ ਕਰਨਾ। ਲੋਕਾਂ ਦੇ ਵਿੱਚ ਮੈਨੂੰ ਪੂਰਾ ਯਕੀਨ ਹੈ ਕਿ ਲੋਕਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਬਾਰੇ, ਮੋਦੀ ਜੀ ਬਾਰੇ, ਸਾਰੀ ਸਾਡੀ ਆਰਗੇਨਾਈਜੇਸ਼ਨ ਬਾਰੇ ਕੋਈ ਨੈਗੇਟਿਵਿਟੀ ਨਹੀਂ ਹੈ। ਤੇ ਇੱਕ ਵਾਰੀ ਫਿਰ ਰਿਪੀਟ ਕਰ ਰਹੇ ਹਾਂ ਕਿ ਉਹਦਾ ਪ੍ਰੂਫ ਇਸ ਗੱਲ ਦੇ ਵਿੱਚ ਹੈ ਕਿ ਬੀਜੇਪੀ ਜਿੱਥੇ ਵੀ ਚੁਣਾਵ ਲੜ ਰਹੀ ਹੈ ਉਹਨੂੰ ਵੱਧ ਚੜ ਕੇ ਸਮਰਥਨ ਮਿਲ ਰਿਹਾ, ਚਾਹੇ ਉਹ ਵੈਸਟ ਬੰਗਾਲ ਵਰਗੀ ਜਗ੍ਹਾ ਹੀ ਕਿਉਂ ਨਾ ਹੋਏ। ਕੇਰਲਾ ਦੇ ਵਿੱਚ ਵੀ ਤੁਸੀਂ ਦੇਖਣਾ ਜਦੋਂ ਰਿਜ਼ਲਟ ਆਏਗਾ ਤੇ ਕਿੰਨਾ ਵਧੀਆ ਰਿਜ਼ਲਟ ਆਏਗਾ, ਬੀਜੇਪੀ ਕਿੰਨਾ ਆਪਣਾ ਜਿਹੜੀ ਟੈਲੀ ਹੈ ਇੰਪਰੂਵ ਕਰੇਗੀ। ਸੋ ਜੇ ਲੋਕ ਰੈਕੋਗਨਾਈਜ਼ ਕਰ ਰਹੇ ਹੈ ਉਸ ਪੋਜ਼ਿਟਿਵ ਕੰਮ ਨੂੰ, ਇੱਕ ਨੌਨ ਕਰਪਟ ਗਵਰਨਮੈਂਟ ਨੂੰ, ਇੱਕ ਦੇਸ਼ ਭਗਤ ਗਵਰਨਮੈਂਟ ਨੂੰ, ਇੱਕ ਜਿਹੜੀ ਚੰਗੀ ਲੋਕਾਂ ਦੇ ਪ੍ਰਤੀ ਕੰਮ ਕਰਨ ਵਾਲੀ ਗਵਰਨਮੈਂਟ ਨੂੰ ਰੈਕੋਗਨਾਈਜ਼ ਕਰ ਰਹੇ ਤਾਂ ਹੀ ਵੋਟਾਂ ਪਾ ਰਹੇ ਨੇ। ਤੁਸੀਂ ਹੁਣ ਦਰਿੰਦਰ ਜਿਹੜੇ ਦੇਸ਼ ਦੇ ਹਾਲਾਤ ਨੇ, ਮੌਜੂਦਾ ਹਾਲਾਤ ਨੇ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਜਿੱਦਾਂ ਹੁਣ ਚੰਡੀਗੜ੍ਹ ਦੇ ਹਾਲਾਤ ਨੇ ਜਾਂ ਪੂਰੇ ਦੇਸ਼ ਦੇ ਹਾਲਾਤ ਨੇ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਕਿੰਨਾ ਕੁ ਸਮਾਂ ਲੱਗ ਸਕਦਾ? ਕਿਉਂਕਿ ਜਿਹੜੀ ਦੂਸਰੀ ਲਹਿਰ ਹੈ ਕਰੋਨਾ ਵਰਗੀ ਮਹਾਮਾਰੀ ਦੀ, ਉਹ ਲਗਾਤਾਰ ਵੱਧਦੀ ਜਾ ਰਹੀ ਹੈ। ਮਹਾਰਾਸ਼ਟਰ 'ਚ ਕੇਸਿਸ ਜਾ ਰਹੇ ਨੇ, ਉੱਥੇ ਵੀ ਲੋਕਡਾਊਨ ਲੱਗ ਚੁੱਕਿਆ 15 ਤੋਂ 20। ਚੰਡੀਗੜ੍ਹ ਦਾ ਜਿਹੜਾ ਰੌਕ ਗਾਰਡਨ ਆ ਉਹ ਵੀ ਬੰਦ ਕਰ ਦਿੱਤਾ ਗਿਆ ਹੈ। ਜਿਹੜੀ ਸੁਖਨਾ ਲੇਕ ਉਹ ਵੀਕਐਂਡਸ ਤੇ ਹੀ ਬੰਦ ਰਹੇਗੀ। ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਲੋਕ ਇਹਨੂੰ ਹਾਲੇ ਗੰਭੀਰਤਾ ਨਾਲ ਲੈ ਰਹੇ ਨੇ, ਹਾਲੇ ਵੀ ਇੱਦਾਂ ਲੈ ਰਹੇ ਨੇ ਕਿ ਕਰੋਨਾ ਵਾਇਰਸ ਕੁਝ ਨਹੀਂ ਹੈਗਾ, ਕੁਝ ਨਹੀਂ ਹੈਗਾ? ਇਨਫੈਕਟ ਇਹ ਥੋੜਾ ਜਿਹਾ ਕਹਿ ਸਕਦੇ ਹਾਂ ਇਟਸ ਅ ਲਿਟਲ ਸੈਡ ਕਿ ਇਹ ਸਿਚੁਏਸ਼ਨ ਆਈ ਹੋਈ ਹੈ। ਇਸ ਵੇਲੇ ਹਰ ਰੋਜ਼ ਦੀ ਜਿਹੜੀ ਟੈਲੀ ਆ ਰਹੀ ਹੈ, ਉਹ ਹੁਣ ਤੱਕ ਦੀ, ਜਦੋਂ ਅਸੀਂ ਕਹਿ ਰਹੇ ਸੀ ਕਿ ਬਹੁਤ ਕਰੋਨਾ ਹੋ ਗਿਆ, ਲੋਕਡਾਊਨ ਲੱਗਿਆ ਸੀ, ਅਸੀਂ ਘਰਾਂ ਦੇ ਵਿੱਚ ਬੰਦ ਸੀਗੇ, ਉਸ ਤੋਂ ਜ਼ਿਆਦਾ ਹਾਈ ਟੈਲੀ ਆ ਹੁਣ ਆ ਰਹੀ ਹੈ। ਲੇਕਿਨ ਹੁਣ ਜਿੱਦਾਂ ਲੋਕਾਂ ਨੂੰ ਜਿੱਦਾਂ ਆਦਤ ਪੈ ਗਈ ਹੈ ਕਿ ਚਲੋ ਕਰੋਨਾ ਤੇ ਹੁੰਦਾ ਹੀ ਹੁੰਦਾ, ਲੋਕ ਬਹੁਤ ਕੈਜੂਅਲੀ ਲੈ ਰਹੇ ਹੈ। ਉਹ ਸਾਨੂੰ ਰਿਅਲਾਈਜ਼ ਕਰਨਾ ਪਏਗਾ ਕਿ ਅਸੀਂ ਇਹਨੂੰ ਕੈਜੂਅਲੀ ਨਾ ਲਈਏ। ਜਿੰਨਾ ਅਸੀਂ ਇਹਨੂੰ ਸੀਰੀਅਸਲੀ ਲਵਾਂਗੇ, ਨਹੀਂ ਤਾਂ ਗਵਰਨਮੈਂਟ ਦੇ ਕੋਲ, ਕਿਸੇ ਵੀ ਐਡਮਿਨਿਸਟ੍ਰੇਸ਼ਨ ਦੇ ਕੋਲ ਇੱਕ ਇੱਕ ਕਰਕੇ ਉਹਨਾਂ ਦੇ ਕੋਲ ਕੀ ਆਪਸ਼ਨਸ ਅਵੇਲੇਬਲ ਹੈ, ਅਲਟੀਮੇਟਲੀ ਅਸੀਂ ਫੇਰ ਲਾਕਡਾਊਨ ਦੀ ਵਾਲੀ ਸਿਚੁਏਸ਼ਨ ਤੇ ਪਹੁੰਚ ਜਾਵਾਂਗੇ, ਜਿਹਦੇ ਵਿੱਚ ਲਾਈਵਲੀਹੁੱਡ ਦਾ ਬਹੁਤ ਸੀਰੀਅਸ ਨੁਕਸਾਨ ਹੁੰਦਾ। ਗਰੀਬ ਆਦਮੀ ਹੈ ਜਿਹਨੇ ਰੋਜ਼ ਦਿਹਾੜੀ ਕਰਨੀ ਹੈ, ਉਹਦੀ ਦਿਹਾੜੀ ਟੁੱਟਦੀ ਹੈ, ਉਹ ਜਰਾ ਰੋਟੀ ਕਿੱਥੋਂ ਖਾਏਗਾ? ਸਾਰੇ ਦੇਸ਼ ਦਾ ਨੁਕਸਾਨ ਹੁੰਦਾ। ਜੇ ਅਸੀਂ ਐਜ਼ ਰਿਸਪੌਂਸਿਬਲ ਸਿਟੀਜ਼ਨਸ ਇਸ ਦਾ ਖਿਆਲ ਕਰਾਂਗੇ ਤੇ ਅਸੀਂ ਜੋ ਸਾਨੂੰ ਕਿਹਾ ਜਾਂਦਾ ਕਿ ਅਸੀਂ ਬਾਹਰ ਉਨਾ ਹੀ ਜਾਈਏ ਜਿੰਨਾ ਬਹੁਤ ਜ਼ਰੂਰੀ ਹੈ, ਅਸੀਂ ਆਪਣੇ ਮਾਸਕ ਪਾ ਕੇ ਰੱਖੀਏ, ਅਸੀਂ ਸੈਨੀਟਾਈਜੇਸ਼ਨ ਕਰਕੇ ਰੱਖੀਏ, ਜੋ ਕੁਝ ਕਿਹਾ ਜਾ ਰਿਹਾ ਸੀ ਉਹਦਾ ਖਿਆਲ ਕਰੀਏ, ਤਾਂ ਸ਼ਾਇਦ ਅਸੀਂ ਇਹ ਸੈਕਿੰਡ ਵੇਵ ਠੀਕ ਠਾਕ ਕੱਢ ਲਈਏ, ਬਿਨਾਂ ਇਸ ਦੇ ਕਿ ਕੋਈ ਬਹੁਤ ਹਾਰਸ਼ ਮੈਜਰ ਸਾਡੇ ਉੱਤੇ ਲਗਾਉਣੇ ਪੈਣ। ਤੇ ਇੱਥੋਂ ਤੱਕ ਤਾਂ ਲੋਕਾਂ ਨੇ ਇਹ ਵੀ ਕਿਹਾ ਕਿ ਜਿਹੜੇ ਬੀਜੇਪੀ ਸਾਂਸਦ ਕਿਰਨ ਖੇਰ ਜੀ ਨੇ, ਉਹਨਾਂ ਨੇ ਇੱਕ ਬਿਮਾਰੀ ਦਾ ਨਾਟਕ ਕੀਤਾ ਹੈ, ਜਦ ਕਿ ਉਹਨਾਂ ਵਾਕਈ ਜਿਹੜਾ ਬਲੱਡ ਕੈਂਸਰ ਹੈ ਉਹਦੇ ਨਾਲ ਮਤਲਬ ਪੀੜਿਤ ਨੇ, ਐਡਮਿਟ ਹਸਪੀਟਲ ਹੌਲੀ ਠੀਕ ਹੋ ਕੇ ਵਾਪਸ ਮੁੜ ਤੋਂ ਲੋਕਾਂ ਨਾਲ ਰੂਬਰੂ ਹੋਣਗੇ। ਲੋਕਾਂ ਦੀ ਸੋਚ ਬਾਰੇ ਕੀ ਕਹਿਣਾ ਚਾਹੋਗੇ ਕਿ ਲੋਕਾਂ ਦੀ ਸੋਚ ਹਾਲੇ ਵੀ ਇੱਥੇ ਤੱਕ ਹੀ ਖੜੀ ਹੈ ਕਿ ਉਹ ਮੋਦੀ ਜੀ ਬਾਰੇ ਇੱਦਾਂ ਸੋਚਦੇ ਨੇ, ਕਿਰਨ ਖੇਰ ਜੀ ਬਾਰੇ ਇੱਦਾਂ ਸੋਚਦੇ ਨੇ? ਸੱਚੀ ਗੱਲ ਤੁਹਾਨੂੰ ਮੈਂ ਦੱਸਾਂ ਤੇ ਮੈਂ ਕਿਸੇ ਤੋਂ ਇਹ ਨਹੀਂ ਸੁਣਿਆ ਕਿ ਕਿਸੇ ਨੇ ਕਿਹਾ ਹੋਏ ਕਿ ਕਿਰਨ ਖੇਰ ਜੀ ਨੇ ਕੋਈ ਆਪਣੀ ਬਿਮਾਰੀ ਦਾ। ਲੋਕਾਂ ਦੀ ਸੋਚ ਹੈ ਇਹ, ਹਾਲੇ ਵੀ ਲੋਕਾਂ ਦੀ ਸੋਚ ਇਹ ਹੈ ਕਿ ਉਹ ਆਪਣੀ ਰਿਸਪੌਂਸਿਬਿਲਿਟੀ ਤੋਂ ਭੱਜ ਰਹੇ ਨੇ, ਲੋਕਾਂ ਦੇ ਸਾਹਮਣੇ ਰੂਬਰੂ ਨਹੀਂ ਹੋਣਾ ਚਾਹੁੰਦੇ, ਤਾਂ ਉਹਨਾਂ ਨੇ ਇੱਕ ਬਿਮਾਰੀ ਜਿਹੜਾ ਛਡਯੰਤਰ ਹੈ ਉਹ ਰਚਿਆ ਜਾ ਰਿਹਾ ਹੈ। ਇਹ ਲੋਕਾਂ ਦੀ ਸੋਚ ਹੈ। ਤੁਹਾਨੂੰ ਲੱਗਦਾ ਕਿ ਇਹਦੇ ਬਾਰੇ ਕੀ ਟਿੱਪਣੀ ਕਰਨੀ ਚਾਹੋਗੇ ਕਿ ਕਿੱਥੋਂ ਹੱਦ ਤੱਕ, ਕਿੱਥੋਂ ਮਤਲਬ ਸਹੀ ਹੈ, ਕਿੱਥੋਂ ਤੱਕ ਸਹੀ ਹੈ? ਮੈਂ ਇਹੀ ਕਹਿ ਰਿਹਾ ਵੀਨੂ ਜੀ ਕਿ ਮੈਂ ਨਹੀਂ ਸੁਣਿਆ ਕਿ ਕਿਸੇ ਨੇ ਕਿਹਾ ਹੋਏ, ਤੇ ਮੈਂ ਇਸ ਗੱਲ ਦਾ ਕ੍ਰੈਡਿਟ ਕਾਂਗਰਸ ਵਾਲਿਆਂ ਨੂੰ ਵੀ ਦਊਂਗਾ ਕਿ ਜਦੋਂ ਉਹਨਾਂ ਨੂੰ ਵੀ ਦੱਸਿਆ ਗਿਆ ਕਿ ਜੀ ਇੱਦਾਂ ਦੀ ਬਿਮਾਰੀ ਹੈ,
ਐਸੀ ਸੀਰੀਅਸ ਬਿਮਾਰੀ ਦਾ ਕੋਈ ਨਾਟਕ ਨਹੀਂ ਕਰਦਾ। ਉਹਨਾਂ ਨੇ ਵੀ ਇਸ ਗੱਲ ਨੂੰ ਐਪਰੀਸ਼ੀਏਟ ਕੀਤਾ ਕਿ ਜੀ ਠੀਕ ਹੈ, ਅਸੀਂ ਬਾਕੀ ਪੋਲੀਟੀਕਲ ਮੁੱਦੇ ਤੁਹਾਡੇ ਨਾਲ ਲਵਾਂਗੇ, ਲੇਕਿਨ ਜੇ ਕਿਸੇ ਨੂੰ ਕੋਈ ਐਸੀ ਸੀਰੀਅਸ ਬਿਮਾਰੀ ਹੋਈ ਹੈ ਤੇ ਅਸੀਂ ਉਸ ਦਾ ਕੋਈ ਮਜ਼ਾਕ ਨਹੀਂ ਉਡਾਵਾਂਗੇ, ਉਸ ਨੂੰ ਕੋਈ ਸੀਰੀਅਸਲੀ ਅਸੀਂ ਕੋਈ ਉਹਦਾ ਪੋਲੀਟੀਕਲਾਈਜੇਸ਼ਨ ਨਹੀਂ ਕਰਾਂਗੇ। ਸੋ ਮੇਰਾ ਖਿਆਲ ਹੈ ਕੋਈ ਵੀ ਸਮਝਦਾਰ ਵਿਅਕਤੀ, ਕੋਈ ਵੀ ਸੂਝਵਾਨ ਵਿਅਕਤੀ ਐਸੀ ਕਿਸੇ ਬਿਮਾਰੀ ਦਾ ਕਦੀ ਵੀ ਮਜ਼ਾਕ ਨਹੀਂ ਉਡਾਏਗਾ ਜਾਂ ਉਹਨੂੰ ਪੋਲੀਟੀਕਲਾਈਜ਼ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ। ਜੇ ਕੋਈ ਕਰਦਾ ਇੱਦਾਂ ਦੀ ਗੱਲ ਕਰਦਾ ਤੇ ਉਹਦੀ ਸਮਝ ਤੇ ਰੱਬ ਵੀ ਕੁਝ ਕਰੇਗਾ ਕਿ ਕਿਸੇ ਦੀ ਐਸੀ ਸਮਝ ਹੈ, ਲੇਕਿਨ ਕੋਈ ਵੀ ਆਦਮੀ ਆਪਣੇ ਬਾਰੇ ਕਦੀ ਐਸੀ ਗੱਲ ਨਹੀਂ ਕਰੇਗਾ ਤੇ ਨਾ ਹੀ ਕਿਸੇ ਨੂੰ ਕੁਝ ਐਸਾ ਹੋਏ। ਅਸੀਂ ਤੇ ਚਾਹਾਂਗੇ ਕਿ ਕਿਰਨ ਜੀ ਜਲਦੀ ਤੋਂ ਜਲਦੀ ਠੀਕ ਹੋਣ, ਸਾਡੇ ਵਿੱਚ ਦੁਬਾਰਾ ਆਉਣ ਤੇ ਦੇਸ਼ ਦੀ ਸੇਵਾ 'ਚ ਲੱਗੇ। ਤੇ ਇਸ ਸਮੇਂ ਬੀਜੇਪੀ ਲਈ ਸਭ ਤੋਂ ਵੱਡੀ ਜਿਹੜੀ ਚੁਣੌਤੀ ਹੈ ਉਹ ਕੀ ਹੈ? ਮਤਲਬ ਜੋ ਹੁਣ ਦੌਰ ਹੈ, ਜੋ ਹਾਲਾਤ ਨੇ ਇਸ ਵੇਲੇ ਬੀਜੇਪੀ ਲਈ ਜਿਹੜੀ ਚੁਣੌਤੀ ਹੈ, ਮੈਂ ਇਹ ਮੰਨਦਾ ਕਿ ਚੁਣੌਤੀ ਸਿਰਫ ਬੀਜੇਪੀ ਲਈ ਨਹੀਂ, ਸਾਰੇ ਦੇਸ਼ ਦੀ ਸਾਂਝੀ ਚੁਣੌਤੀ ਕਰੋਨਾ ਹੀ ਹੈ। ਬੀਜੇਪੀ ਦੀ ਚੁਣੌਤੀ ਇਸ ਵੇਲੇ ਰਾਜਨੀਤਿਕ ਚੁਣੌਤੀਆਂ ਦਾ ਟਾਈਮ ਇਸ ਵੇਲੇ ਨਹੀਂ ਹੈ। ਚਲੋ ਇਲੈਕਸ਼ਨ ਜਿਹੜੇ ਹੋਣੇ ਸੀ ਆਲਮੋਸਟ ਖਤਮ ਹੋ ਚੱਲੇ ਹੈ, ਲੇਕਿਨ ਜ਼ਿਆਦਾ ਵੱਡਾ ਚੈਲੰਜ ਜਿਹੜਾ ਹੈ ਉਹ ਸਿਰਫ ਬੀਜੇਪੀ ਲਈ ਕਿ ਕੋਈ ਕਰੋਨਾ ਸਿਰਫ ਬੀਜੇਪੀ ਨੂੰ ਹੋਣਾ ਹੈ ਜਾਂ ਸਿਰਫ ਕਾਂਗਰਸ ਨੂੰ ਹੋਣਾ ਹੈ। ਕਰੋਨਾ ਸਾਨੂੰ ਸਭ ਨੂੰ ਹੋ ਰਿਹਾ, ਉਹਦਾ ਇੰਪੈਕਟ ਸਾਰੇ ਦੇਸ਼ ਤੇ ਪੈਣਾ, ਉਹਦੇ ਵਿੱਚ ਕੋਈ ਵੱਡਾ ਛੋਟਾ ਨਹੀਂ ਹੋਣਾ। ਸੋ ਉਸ ਹਿਸਾਬ ਦੇ ਨਾਲ ਸਾਡੇ ਸਭ ਦੇ ਸਾਹਮਣੇ ਜਿਹੜੀ ਸਭ ਤੋਂ ਵੱਡੀ ਚੁਣੌਤੀ ਹੈ ਉਹ ਕਰੋਨਾ। ਅਸੀਂ ਕਰੋਨਾ ਕਾਲ 'ਚ ਦੇਖਿਆ ਕਿ ਕੁਝ ਦੇਸ਼ ਐਸੇ ਸੀਗੇ ਜਿਹੜੇ ਬਹੁਤ ਸੀਵੀਅਰਲੀ ਆਹਤ ਹੋਏ, ਕੁਝ ਅੱਛੀ ਐਡਮਿਨਿਸਟ੍ਰੇਸ਼ਨ ਨਾਲ ਬਚ ਕੇ ਨਿਕਲ ਗਏ। ਇੰਡੀਅਨ ਗਵਰਨਮੈਂਟ ਵੀ ਮੋਦੀ ਜੀ ਦੇ ਰਾਜ ਦੇ ਵਿੱਚ ਮੋਦੀ ਜੀ ਦੀ ਬੜੀ ਅੱਛੀ ਹੈਂਡਲਿੰਗ ਰਹੀ। ਹਾਲਾਂਕਿ ਲੋਕਾਂ ਦਾ ਉਸ ਵੇਲੇ ਕਹਿਣਾ ਸੀ ਕਿ ਜੋ ਇੰਡੀਆ ਦਾ ਪੋਵਰਟੀ ਲੈਵਲ ਹੈ, ਜੋ ਇੰਡੀਆ ਦਾ ਪੋਪੂਲੇਸ਼ਨ ਲੈਵਲ ਹੈ, ਮੈਂ ਕਿਤੇ ਪੜ੍ਹ ਰਿਹਾ ਸੀ ਕਿ ਇੰਡੀਆ ਦਾ ਜਿਹੜਾ ਪੋਪੂਲੇਸ਼ਨ ਲੈਵਲ ਹੈ ਦੈਟ ਇਜ਼ ਦੀ ਟੋਟਲ ਆਫ ਯੂਰਪ ਪਲੱਸ USA ਪਲੱਸ ਅਰਜਨਟੀਨਾ ਪਲੱਸ ਬ੍ਰਾਜ਼ੀਲ, ਉਹ ਸਾਰੇ ਮਿਲਾ ਕੇ ਵੀ ਇੰਡੀਆ ਦੀ ਪੋਪੂਲੇਸ਼ਨ ਥੋੜੇ ਜਿਹੇ ਘੱਟ ਰਹਿੰਦੇ ਹੈ। ਸ਼ਾਇਦ ਉਹ 136 ਕਰੋੜ ਦੇ ਕਰੀਬ ਬਣਦੇ ਆ, ਅਸੀਂ 138 ਕਰੋੜ। ਫਿਰ ਪੋਵਰਟੀ ਹੈ ਕਿ ਇੰਡੀਆ ਤੇ ਹੈਂਡਲ ਹੀ ਨਹੀਂ ਹੋਣਾ, ਇੰਡੀਆ ਦੇ ਤੇ ਐਸਾ ਕੰਮ ਹੋਏਗਾ ਸਮਝ ਹੀ ਨਹੀਂ ਆਏਗਾ, ਇੰਡੀਆ ਦਾ ਤਹਿਸ ਨਹਿਸ ਹੋ ਜਾਏਗਾ। ਲੇਕਿਨ ਮੋਦੀ ਗਵਰਨਮੈਂਟ ਨੇ ਇੰਨੀ ਇੰਟੈਲੀਜੈਂਟਲੀ ਉਸ ਨੂੰ ਹੈਂਡਲ ਕੀਤਾ। ਇੰਡੀਆ 'ਚ PPE ਕਿੱਟ ਨਹੀਂ ਸੀ ਬਣਦੀ, ਮਾਸਕ ਨਹੀਂ ਸੀ ਬਣਦੇ, ਵੈਂਟੀਲੇਟਰ ਨਹੀਂ ਸੀ ਬਣਦੇ, ਕੁਝ ਨਹੀਂ ਸੀਗਾ। ਰਾਤੋਂ ਰਾਤ ਖੜੇ ਹੋ ਗਏ, ਐਕਸਪੋਰਟ ਹੋਣੇ ਵੀ ਸ਼ੁਰੂ ਹੋ ਗਏ। ਹਸਪੀਟਲ ਬੈੱਡਸ ਨਹੀਂ ਸੀ ਤਾਂ ਟ੍ਰੇਨ ਦੇ ਕੰਪਾਰਟਮੈਂਟਸ ਨੂੰ ਹਸਪੀਟਲ ਬੈੱਡਸ ਬਣਾਇਆ ਗਿਆ। ਪਰ ਇਹ ਧਰਿੰਦਰ ਜੀ ਦੇ ਬਾਵਜੂਦ ਵੀ ਮੋਦੀ ਸਰਕਾਰ ਨੂੰ ਹੀ ਕਿਉਂ ਜਿਹੜਾ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ? ਜਿੱਦਾਂ ਪਿੱਛੇ ਜਿਹੇ ਕਿਸਾਨ ਨੇ ਵੀ ਚਿੱਠੀ 'ਚ ਲਿਖਿਆ ਸੀ ਕਿ ਮੇਰੀ ਮੌਤ ਦਾ ਕਾਰਨ ਮੋਦੀ ਹੈ। ਹਰ ਗੱਲ 'ਚ ਨਰਿੰਦਰ ਮੋਦੀ ਹੀ ਕਿਉਂ? ਕਰੋਨਾ ਵਾਇਰਸ ਨਰਿੰਦਰ ਮੋਦੀ, ਮੇਰੀ ਮੌਤ ਦਾ ਕਾਰਨ ਮੋਦੀ ਜੀ। ਇਹ ਸਭ ਕੀ ਹੋ ਰਿਹਾ? ਦੇਸ਼ ਦੇ ਹਾਲਾਤ ਤਾਂ ਵਿਗੜਦੇ ਜਾ ਰਹੇ ਨੇ ਕਿ ਲੋਕਾਂ ਦੀ ਸੋਚ ਵੀ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਭਟਕਦੀ ਜਾ ਰਹੀ ਹੈ। ਨਹੀਂ ਦੇਖੋ, ਉਹ ਮੈਂ ਨਹੀਂ ਇਹ ਮੰਨਦਾ ਕਿ ਕੋਈ ਇਹ ਕਹਿ ਰਿਹਾ ਕਿ ਕਰੋਨਾ ਦੀ ਰਿਸਪੌਂਸਿਬਿਲਿਟੀ ਲਿਆਉਣ ਦੀ ਕੋਈ ਮੋਦੀ ਜੀ ਤੇ ਹੈ। ਤੇ ਸਭ ਨੂੰ ਪਤਾ ਕਿ ਕਰੋਨਾ ਚੀਨ ਤੋਂ ਆਇਆ, ਸੋ ਕੋਈ ਮੋਦੀ ਜੀ ਤੇ ਰਿਸਪੌਂਸਿਬਿਲਿਟੀ ਹੈ। ਮੋਦੀ ਜੀ ਨੇ ਬਹੁਤ ਅੱਛੀ ਤਰ੍ਹਾਂ ਉਹ ਸਾਰਿਆਂ ਨੂੰ ਹੈਂਡਲ ਕੀਤਾ ਤੇ ਲੋਕ ਇਸ ਨੂੰ ਮੰਨ ਵੀ ਰਹੇ ਆ। ਉਸ ਵੇਲੇ ਚਾਹੇ ਮਾਈਗ੍ਰੈਂਟ ਲੇਬਰ ਸੀ, ਚਾਹੇ ਗਰੀਬ ਆਦਮੀ ਸੀ। ਚੰਡੀਗੜ੍ਹ ਦੇ ਵਿੱਚ ਇਹ ਮੰਨਣਾ ਮੁਸ਼ਕਿਲ ਹੋਏਗਾ ਕਿ ਚੰਡੀਗੜ੍ਹ ਦੇ ਵਿੱਚ ਬੜਨੌਰ ਜੀ ਨੇ ਮੀਟਿੰਗ ਬੁਲਾਈ। ਉਹਦੇ 'ਚ ਉਹਨਾਂ ਨੇ ਸਾਰੀ ਪਾਰਟੀਆਂ ਨੂੰ ਬੁਲਾਇਆ, ਪੁੱਛਿਆ ਤੁਸੀਂ ਕੀ ਕਰੋਗੇ? ਕਾਂਗਰਸ ਨੇ ਕਿਹਾ ਜੀ ਅਸੀਂ ਰੋਜ਼ ਦੇ 2000 ਖਾਣੇ ਦੇ ਪੈਕੇਟ ਵੰਡਾਂਗੇ। ਉਹਨਾਂ ਤੋਂ ਵੰਡੇ ਨਹੀਂ ਗਏ। ਤੁਸੀਂ ਇਹ ਮੰਨੋਗੇ ਕਿ ਬੀਜੇਪੀ ਨੇ ਕਰੋਨਾ ਵੇਲੇ ਜਦੋਂ ਲੋਕਡਾਊਨ ਸੀਗਾ 70,000 ਫੂਡ ਪੈਕੇਟ ਰੋਜ਼ ਵੰਡਿਆ। 70,000 ਫੂਡ ਪੈਕੇਟ ਰੋਜ਼ ਵੰਡੇ। ਸੋ ਬੀਜੇਪੀ ਨੇ ਕੰਮ ਕੀਤਾ, ਲੋਕਾਂ ਨੇ ਉਸ ਕੰਮ ਨੂੰ ਦੇਖਿਆ। ਸੋ ਇਸ ਵੇਲੇ ਸਾਡੀ ਸਾਂਝੀ ਰਿਸਪੌਂਸਿਬਿਲਿਟੀ ਹੈ ਕਿ ਅਸੀਂ ਕਰੋਨਾ ਦੇ ਨਾਲ ਡਟ ਕੇ ਲੜੀਏ ਤੇ ਸਰਕਾਰ ਦੇ ਨਾਲ ਮਿਲ ਕੇ ਚੱਲੀਏ। ਐਸੀ ਸਿਚੁਏਸ਼ਨ ਨਾ ਆਉਣ ਦਈਏ ਕਿ ਹੋਰ ਸਖਤ ਕਦਮ ਲੈਣੇ ਪੈਣ, ਕੋਈ ਲੋਕਡਾਊਨ ਦੀ ਨੌਬਤ ਆਏ। ਜਿੱਦਾਂ ਮਹਾਰਾਸ਼ਟਰ ਨੇ ਬਹੁਤ ਮਿਸਮੈਨੇਜ ਕੀਤਾ, ਉਸਨੂੰ ਮਹਾਰਾਸ਼ਟਰ ਦੇ ਚੀਜ਼ਾਂ ਖਰਾਬ ਹੋ ਗਈਆਂ, ਤਾਂ ਉਸੀ ਨੌਬਤ ਬਾਕੀ ਦੇਸ਼ ਦੇ ਵਿੱਚ ਨਾ ਆਏ। ਨਾਗਰਿਕ ਹੁੰਦੇ ਨਾਤੇ ਸਾਨੂੰ ਵੀ ਸਾਡੀ ਵੀ ਡਿਊਟੀ ਉਨੀ ਹੀ ਬਣਦੀ ਹੈ ਕਿ ਅਸੀਂ ਆਪਣਾ ਕੰਮ ਜੋ ਵੀ ਹੈ ਉਹ ਰਿਸਪੌਂਸਿਬਲ ਕਰੀਏ। ਹੁਣ ਤੁਹਾਡੀਆਂ ਕੀ ਜਿਹੜੀਆਂ ਜ਼ਿੰਮੇਵਾਰੀਆਂ, ਐਕਸਪੈਕਟੇਸ਼ਨਸ ਨੇ ਆਪਣੀ ਪਾਰਟੀ ਨੂੰ ਲੈ ਕੇ, ਲੋਕਾਂ ਦੇ ਪ੍ਰਤੀ, ਸਮਾਜ ਦੇ ਪ੍ਰਤੀ, ਤੇ ਜਾਂਦੇ ਜਾਂਦੇ ਅਜਿਹੇ ਲੋਕਾਂ ਦੀ ਸੋਚ ਬਾਰੇ, ਇਹੋ ਜਿਹੇ ਪੋਲੀਟੀਕਲ ਲੀਡਰਸ ਦੀ ਸੋਚ ਬਾਰੇ ਕੀ ਕਹਿਣਾ ਚਾਹੋਗੇ? ਜੀ ਮੈਂ ਤੇ ਉਹਨਾਂ ਦੀ ਇੱਕ ਸਹੀ ਸੋਚ ਨੂੰ, ਜਿਹੜੀ ਸਾਡੀਆਂ ਆਪੋਜੀਸ਼ਨ ਪਾਰਟੀਆਂ ਹੈ ਉਹਨਾਂ ਦੀ ਸਹੀ ਸੋਚ ਨੂੰ ਹੀ ਅਪੀਲ ਕਰ ਸਕਦਾ ਕਿ ਪੋਲੀਟੀਕਲਾਈਜ਼ ਕਰਨ ਦੇ ਲਈ ਰਾਜਨੀਤਿਕ ਮੁੱਦਿਆਂ ਦੀ ਕੋਈ ਕਮੀ ਕਦੀ ਨਹੀਂ ਹੋਣੀ, ਨਾ ਕਦੀ ਹੋਈ ਹੈ, ਨਾ ਅੱਗੇ ਹੋਏਗੀ। ਲੇਕਿਨ ਕਰੋਨਾ ਇੱਕ ਐਸਾ ਮੁੱਦਾ ਹੈ ਜਿਹਨੂੰ ਸਾਨੂੰ ਬਿਲਕੁਲ ਰਾਜਨੀਤਿਕ ਐਂਗਲ ਦੇ ਨਾਲ ਨਹੀਂ,
ਇੱਕ ਸੋਸ਼ਲ ਐਂਗਲ ਦੇ ਨਾਲ ਦੇਖਣਾ ਚਾਹੀਦਾ, ਇੱਕ ਮਹਾਮਾਰੀ ਦੇ ਤੌਰ ਤੇ ਦੇਖਣਾ ਚਾਹੀਦਾ, ਤੇ ਉਸ ਦੇ ਹਿਸਾਬ ਨਾਲ ਜੇ ਅਸੀਂ ਚੱਲਾਂਗੇ ਤਾਂ ਅਸੀਂ ਮਿਲ ਕੇ ਚੱਲੀਏ। ਪਹਿਲਾਂ ਇਸ ਕਰੋਨਾ ਵਰਗੀ ਬਿਮਾਰੀ ਨੂੰ ਇੱਕ ਪਾਸੇ ਲਗਾ ਕੇ ਉਹਨੂੰ ਹਰਾਈਏ। ਆਪਣੀ ਜਿਹੜੀ ਰਾਜਨੀਤਿਕ ਬੈਟਲਸ ਹੈ, ਸਾਡੀਆਂ ਪੋਲੀਟੀਕਲ ਬੈਟਲਸ ਹੈ, ਉਹ ਚੱਲਦੀਆਂ ਰਹਿਣਗੀਆਂ, ਅਸੀਂ ਲੜਦੇ ਰਹਾਂਗੇ, ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈ। ਉਹਨਾਂ ਦਾ ਹੱਕ ਹੈ ਕਿ ਉਹ ਸਾਨੂੰ ਅਪੋਜ਼ ਕਰਨ, ਅਸੀਂ ਕਿਤੇ ਗਲਤੀ ਕਰਦੇ ਹਾਂ ਸਾਨੂੰ ਦੱਸਣ। ਇਹ ਇੱਕ ਪੋਜ਼ਿਟਿਵ ਆਪੋਜੀਸ਼ਨ ਦਾ ਉਹ ਰੋਲ ਅਦਾ ਕਰਨ ਜਿਹੜਾ ਉਹਨਾਂ ਦੇ ਲਈ ਸਹੀ ਰੋਲ ਹੈ। ਇਸ ਵੇਲੇ ਉਹ ਪੋਜ਼ਿਟਿਵ ਆਪੋਜੀਸ਼ਨ ਦਾ ਰੋਲ ਨਹੀਂ, ਉਹਨਾਂ ਨੂੰ ਇਹ ਲੱਗ ਰਿਹਾ ਕਿ ਸਾਡਾ ਅਸਤਿਤਵ ਖਤਰੇ 'ਚ ਆ ਗਿਆ ਹੈ, ਸਾਡੀ ਹੋਂਦ ਖਤਰੇ 'ਚ ਆ ਗਈ ਹੈ। ਸੋ ਉਹ ਇੱਕ ਰਿਟੈਲੀਏਟਰੀ ਕਰਨ ਉਹ ਅੱਛਾ ਨਹੀਂ ਹੈ। ਇਸ ਵੇਲੇ ਪੋਜ਼ਿਟਿਵ ਹੋਣ ਦਾ ਟਾਈਮ ਹੈ, ਪੋਜ਼ਿਟਿਵ ਹੋ ਕੇ ਅਸੀਂ ਚੱਲੀਏ। ਹਾਂ, ਜੋ ਉਹਨਾਂ ਦੀ ਪੋਜ਼ਿਟਿਵ ਆਪੋਜੀਸ਼ਨ ਹੈ ਉਹ ਕਰਨ, ਸਾਨੂੰ ਉਹਦੇ 'ਚ ਕੋਈ ਇਤਰਾਜ਼ ਨਹੀਂ ਹੈ, ਲੇਕਿਨ ਕਰੋਨਾ ਦੇ ਵਿੱਚ ਪੋਲੀਟੀਕਲਾਈਜ਼ ਕਰਨ ਦੀ ਬਜਾਏ, ਉਹਨੂੰ ਰਾਜਨੀਤਿਕ ਜੰਗ ਬਣਾਉਣ ਦੀ ਬਜਾਏ ਇਕੱਠੇ ਮਿਲ ਕੇ ਨਾਲ ਲੱਗ ਕੇ ਚੱਲਣ ਤਾਂ ਕਿ ਅਸੀਂ ਇਸ ਬਿਮਾਰੀ ਨੂੰ ਹਰਾਈਏ, ਦੇਸ਼ ਨੂੰ ਅੱਗੇ ਵਧਾਈਏ। ਹਾਂ, ਤੁਸੀਂ ਸੀਗੇ ਮੇਰੇ ਨਾਲ ਬੀਜੇਪੀ ਪ੍ਰਵਕਤਾ ਧਰਿੰਦਰ ਜੀ, ਜਿਨ੍ਹਾਂ ਨੇ ਦੱਸਿਆ ਕਿ ਬੀਜੇਪੀ ਨੇ ਜੋ ਵੀ ਕੀਤਾ ਦੇਸ਼ ਲਈ ਚੰਗਾ ਕੰਮ ਹੀ ਕੀਤਾ, ਭਾਵੇਂ ਲੋਕਾਂ ਦੀ ਜਿਹੜੀ ਹੁਣ ਨਜ਼ਰੀਆ, ਲੋਕਾਂ ਦੀ ਸੋਚ ਹੈ ਬੀਜੇਪੀ ਪ੍ਰਤੀ ਮਾੜੀ ਹੈ, ਪਰ ਐਦਾਂ ਨਹੀਂ ਹੈ। ਤੁਸੀਂ ਆਪਣੇ ਦਿਮਾਗ ਤੇ ਸਟ੍ਰੈਸ ਪਾ ਕੇ ਸੋਚੋ ਕਿ ਜਿੰਨੇ ਵੀ ਕੰਮ ਕੀਤੇ ਨੇ ਲੋਕਡਾਊਨ ਤੋਂ ਪਹਿਲਾਂ, ਜਿਨ੍ਹਾਂ ਨੇ ਦੱਸਿਆ ਕਿ 70,000 ਫੂਡ ਪੈਕਟਸ ਵੰਡੇ, ਜਗ੍ਹਾ ਜਗ੍ਹਾ ਜਿਹੜੇ ਹੈਗੇ ਨੇ ਸੈਂਟਰਸ ਬਣਾਏ ਕਰੋਨਾ ਨੂੰ ਲੈ ਕੇ, ਪਰ ਲੋਕਾਂ ਦੀ ਜਿਹੜੀ ਸੋਚ ਹੈ ਹਾਲੇ ਵੀ ਉਸ 'ਚ ਜ਼ਿੰਮੇਵਾਰ ਨਰਿੰਦਰ ਮੋਦੀ ਜੀ ਨੂੰ ਹੀ ਠਹਿਰਾਇਆ ਜਾਂਦਾ ਕਿ ਜੋ ਹੋ ਰਿਹਾ, ਕਰੋਨਾ ਵਰਗੀ ਮਹਾਮਾਰੀ ਫੈਲੀ ਹੈ, ਬੇਰੁਜ਼ਗਾਰੀ ਫੈਲ ਰਹੀ ਹੈ, ਲੋਕ ਘਰਾਂ 'ਚ ਬੈਠੇ ਨੇ, ਉਹ ਨਰਿੰਦਰ ਮੋਦੀ ਜੀ ਦੀ ਬਦੌਲਤ ਹੀ ਬੈਠੇ ਨੇ। ਪਰ 2 ਮਿੰਟ ਲਈ ਇਹ ਸੋਚ ਕੇ ਦੇਖੋ ਕਿ ਲੋਕਡਾਊਨ ਵਿੱਚ ਉਹਨਾਂ ਨੇ ਲੋਕਾਂ ਦੀ ਕਿੰਨੀ ਰਕਸ਼ਾ ਕੀਤੀ, ਉਹਨੂੰ ਮੌਤ ਦੇ ਮੂੰਹ ਤੋਂ ਬਚਾਇਆ। ਕਮੈਂਟਸ ਰਾਹੀਂ ਤੁਸੀਂ ਆਪਣੇ ਵਿਚਾਰ ਨਰਿੰਦਰ ਮੋਦੀ ਜੀ ਬਾਰੇ ਦੱਸ ਸਕਦੇ ਹੋ ਕਿ ਵਾਕਈ ਜਿਹੜੇ ਲੋਕਾਂ ਦੀ ਸੋਚ ਹੈ ਉਹ ਨਰਿੰਦਰ ਮੋਦੀ ਜੀ ਪ੍ਰਤੀ ਸਹੀ ਹੈ ਜਾਂ ਫਿਰ ਗਲਤ ਹੈ। ਕਮੈਂਟਸ ਰਾਹੀਂ ਤੁਸੀਂ ਵਿਚਾਰ ਸਾਂਝੇ ਕਰ ਸਕਦੇ ਹੋ। ਬਣੇ ਰਹੋ ਟੀਵੀ NRI ਨਾਲ। ਕਹਿੰਦੇ ਨੇ ਜਿਵੇਂ ਕਿਸੇ ਫੁੱਲ ਨੂੰ ਮਹਿਕਣ ਲਈ ਉਹਦਾ ਖਿੜ ਜਾਣਾ ਜ਼ਰੂਰੀ ਹੁੰਦਾ ਹੈ, ਉਵੇਂ ਹੀ ਕੋਈ ਰਿਸ਼ਤਾ ਨਿਭਾਉਣ ਲਈ ਉਹਦਾ ਮਿਲ ਜਾਣਾ ਜ਼ਰੂਰੀ ਹੁੰਦਾ ਹੈ। ਸੋ ਰਜਿਸਟਰ ਕਰੋ ਜੀ ਸਾਨੂੰ ਸਾਡੀ ਵੈਬਸਾਈਟ nrimb.com ਤੇ।